ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਇਸ ਖਾਸ ਪੇਸ਼ਕਸ਼ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਬੀਤੇ ਹਫ਼ਤੇ ਵਿੱਚ ਜਿਹੜੇ ਵੀ ਕੰਮ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਆਪ ਤੱਕ ਪਹੁੰਚਾਉਂਦੇ ਹਾਂ। ਸੋ ਬੀਤੇ ਹਫ਼ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਿਹੜੇ ਕੰਮ ਕੀਤੇ ਗਏ, ਪੂਰੀ ਖਬਰ ਤੇ ਨਜ਼ਰ ਪਾਵਾਂਗੇ। ਸ਼ੁਰੂਆਤ ਕਰਦੇ ਹਾਂ ਖਾਸ ਪੇਸ਼ਕਸ਼ ਦੀ, ਜਿਸ ਦਾ ਨਾਮ ਹੈ ਗੂੰਜਾਂ ਸਿੱਖ ਵਿਰਸੇ ਦੀਆਂ। 26 जनवरी ਨੂੰ ਹੋਈ ਹਿੰਸਾ ਵਿੱਚ ਦਿੱਲੀ ਪੁਲਿਸ ਵੱਲੋਂ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਵਿੱਚੋਂ ਕਈ ਲੋਕਾਂ ਨੂੰ ਹੁਣ ਜ਼ਮਾਨਤ ਮਿਲਣੀ ਸ਼ੁਰੂ ਹੋ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਲੀਗਲ ਟੀਮ ਨੂੰ ਸਫਲਤਾ ਮਿਲੀ ਹੈ। ਲਾਲ ਕਿਲੇ ਹਿੰਸਾ ਮਾਮਲੇ ਵਿੱਚ ਦੋ ਹੋਰ ਲੋਕਾਂ ਨੂੰ ਜ਼ਮਾਨਤ ਮਿਲੀ ਹੈ, ਗੁਰਮੁਖ ਸਿੰਘ ਅਤੇ ਜੀਤ ਸਿੰਘ, ਜਿਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ ਹੈ ਤੇ ਇਹ ਦੋਵੇਂ 70 ਅਤੇ 80 ਸਾਲ ਦੇ ਬਜ਼ੁਰਗ ਸਨ, ਜਿਹੜੇ ਕਿ ਸਾਬਕਾ ਫੌਜੀ ਨੇ। 26 ਜਨਵਰੀ ਨੂੰ ਹੋਈ ਹਿੰਸਾ ਤੋਂ ਬਾਅਦ ਲਗਾਤਾਰ ਲੋਕੀ ਜਿਹੜੇ ਨੇ ਉਹ ਆਪਣੀਆਂ ਜ਼ਮਾਨਤਾਂ ਵਾਸਤੇ ਸੰਘਰਸ਼ ਕਰ ਰਹੇ ਨੇ, ਤੇ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅੱਜ ਫਿਰ ਦੋ ਲੋਕਾਂ ਦੀ ਜ਼ਮਾਨਤ ਜਿਹੜੀ ਹੈ ਮਨਜ਼ੂਰ ਹੋਈ ਹੈ। ਮੇਰੇ ਨਾਲ ਮਨਜਿੰਦਰ ਸਿੰਘ ਸਿਰਸਾ ਹੈ, ਉਹਨਾਂ ਨਾਲ ਗੱਲ ਕਰਦੇ ਹਾਂ। ਸਿਰਸਾ ਸਾਹਿਬ, DSGMC ਲਗਾਤਾਰ ਲੱਗੀ ਹੋਈ ਹੈ, ਦੋ ਲੋਕਾਂ ਦੀ ਜ਼ਮਾਨਤ ਹੋਈ ਹੈ, ਕੌਣ ਉਹ ਲੋਕ ਨੇ ਤੇ ਕਿਹੜੇ ਕੇਸਿਸ ਇਹਨਾਂ ਤੇ ਲੱਗੇ ਹੋਏ ਸਨ? देखो, ये सरदार जीत सिंह जी 70 साल और सरदार गुरमुख सिंह जी 80 साल की उम्र है। ये मुखर्जी नगर के अंदर इन्हों अरेस्ट किया गया सीगा। मुखर्जी नगर पुलिस स्टेशन FIR लॉज सी और ये एक्स आर्मी मैन ने, फॉर्मर आर्मी चों आए ने। और इन्हां दे उत्ते जिस दिन 26 तरीक नूं जिहड़े घटनाक्रम घटिया, उस तो बाद उस इलाके के अंदर पुलिस ते हमला करना, पुलिस नूं काम करन तों रोकना, रॉयटिंग दीआं धारावां दे तहत इन्हां नूं बुक किया गया सीगा। और हुण इन्हां दीआं अज ਜਦੋਂ जज साहब ਨੂੰ ਸਾਰੀਆਂ ਗੱਲਾਂ ਦੱਸੀਆਂ, ਇਹਨਾਂ ਦੀ ਬੈਕਗਰਾਉਂਡ ਦੱਸੀ ਔਰ ਦੱਸਿਆ ਕਿ ਕਿਸ ਤਰੀਕੇ ਪੁਲਿਸ ਧੱਕਾ ਕਰਦੀ ਹੈ, ਤੇ ਜਜ ਸਾਹਿਬ ਨੇ ਇਹਨਾਂ ਦੀ ਬੇਲ ਗ੍ਰਾਂਟ ਕਰਤੀ। ਲੇਕਿਨ ਇੰਨੀ ਜ਼ਿਆਦਾ ਉਮਰ 70 ਸਾਲ ਤੇ 80 ਸਾਲ ਦੇ ਲੋਕਾਂ ਤੇ ਮੁਕੱਦਮੇ, ਹੁਣ ਇਸ ਨੂੰ ਲੈ ਕੇ ਵੀ ਬੜੇ ਸਾਰੇ ਸਵਾਲ ਹੋ ਰਹੇ ਸਨ ਕਿ ਆਖਿਰ ਇੰਨੀ ਉਮਰ ਦੇ ਲੋਕ ਜਿਹੜੇ ਨੇ ਉਹ ਰਾਈਟਿੰਗ ਦੇ ਵਿੱਚ ਕਿਵੇਂ ਹੋ ਸਕਦੇ ਨੇ? ਨਹੀਂ, ਦੇਖੋ, ਉਹ ਤੇ ਪੁਲਿਸ ਨੂੰ ਜਿਹੜਾ ਮਿਲਦਾ ਗਿਆ ਚੁੱਕ ਕੇ ਬੁੱਕ ਕਰੀ ਗਏ। ਤੁਸੀਂ ਦੇਖੋ, ਕਈ ਲੋਕ ਇਹੋ ਜਿਹੇ ਨੇ, ਇੱਕ ਦੀ ਅਸੀਂ CCTV ਫੁਟੇਜ ਰੱਖੀ ਆ, ਉਹ ਬੰਗਲਾ ਸਾਹਿਬ ਤੋਂ ਮੱਥਾ ਟੇਕ ਕੇ ਜਾ ਰਹੇ ਵਾਪਸ, ਔਰ ਉਹ ਬਾਰਡਰ ਤੇ ਪਹੁੰਚੇ ਤੇ ਪੁਲਿਸ ਨੇ ਚੁੱਕ ਕੇ ਅਰੈਸਟ ਕਰ ਲਿਆ ਉਹਨਾਂ ਨੂੰ। ਔਰ ਕਈ ਲੋਕ ਐਸੇ ਸੀ, 3 ਮੁੰਡੇ ਜਿਹੜੇ ਪਰਸੋਂ ਜਿਨ੍ਹਾਂ ਦੀ ਚੌਥ ਜ਼ਮਾਨਤ ਹੋਈ, ਉਹਨਾਂ ਦਾ ਰਾਹ ਪੁੱਛਿਆ ਸੀ ਪੁਲਿਸ ਤੋਂ ਖੜਾ ਕਰਕੇ ਮੋਟਰਸਾਈਕਲ, ਕਿਉਂਕਿ ਉਹਨਾਂ ਨੇ ਸੋਚਿਆ ਵੀ ਸਾਰੇ ਭਟਕੇ ਪਏ ਨੇ, ਕੋਈ ਕਿੱਧਰ ਜਾ ਰਹੇ ਕਿੱਧਰ। ਉਹਨਾਂ ਪੁੱਛਿਆ ਵੀ ਰਾਹ ਜਾਣ ਦਾ ਕਿੱਧਰ, ਪੁਲਿਸ ਨੇ ਕਿਹਾ 2 ਮਿੰਟ ਬਹਿ ਜਾਓ, ਤੁਹਾਨੂੰ ਦੱਸਦੇ ਹਾਂ। ਗੱਡੀ 'ਚ ਬਿਠਾਇਆ ਤੇ ਅਰੈਸਟ ਪਾ। ਪਿਛਲੀ ਵਾਰੀ ਜਦੋਂ ਜ਼ਮਾਨਤਾਂ ਹੋਈਆਂ, ਔਰ 3 ਲੜਕਿਆਂ ਦੀਆਂ, ਰਮਨਦੀਪ ਸੀ, ਲਵਪ੍ਰੀਤ ਸੀ, ਇੱਕ ਲੜਕਾ ਜਸਵਿੰਦਰ ਸੀ, ਉਸ ਤੋਂ ਬਾਅਦ ਇੱਕ ਕ੍ਰੈਡਿਟ ਵਾਰ ਜ਼ਰੂਰ ਕਿਤੇ ਨਾ ਕਿਤੇ ਦੇਖਣ ਨੂੰ ਮਿਲਿਆ। ਇੱਕ ਸਿਆਸੀ ਪਾਰਟੀ ਵੱਲੋਂ ਤੁਹਾਡੇ 'ਤੇ ਵੀ ਕਿਹਾ ਗਿਆ ਕਿ ਤੁਸੀਂ ਲੋਕ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹੋ। ਨਹੀਂ, ਦੇਖੋ, ਕੋਈ ਕ੍ਰੈਡਿਟ ਲਵੇ, ਸਾਨੂੰ ਕ੍ਰੈਡਿਟ ਨਹੀਂ ਚਾਹੀਦਾ। ਸਾਡਾ ਤੇ ਕੋਈ ਅੱਜ ਦਾ ਨਵਾਂ ਕੰਮ ਨਹੀਂ ਹੈਗਾ। ਪੂਰੇ ਦੇਸ਼ ਦੇ ਅੰਦਰ ਜਦੋਂ ਵੀ ਕਿਤੇ ਕੋਈ ਵੀ ਭੀੜ ਪੈਂਦੀ ਆ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣਾ ਫਰਜ਼ ਸਮਝ ਕੇ ਜਾਂਦੀ, ਨਾ ਕਿ ਕੋਈ ਕ੍ਰੈਡਿਟ ਲੈਣ ਵਾਸਤੇ ਜਾਂਦੀ ਆ। ਸਰਦਾਰ ਭੁੱਲਰ ਸਾਹਿਬ ਜਿਹੜੇ ਨੇ, ਉਹ ਸਾਡੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਹਿਯੋਗ ਕਰ ਰਹੇ ਨੇ। ਉਹ ਉਸ ਕੇਸ ਅੰਦਰ ਅਪੀਅਰ ਵੀ ਹੋਏ ਸੀ। ਕੋਈ ਉਹਦਾ ਕ੍ਰੈਡਿਟ ਲੈਣਾ ਚਾਹੁੰਦਾ, ਉਹ ਪੂਰਾ ਕ੍ਰੈਡਿਟ ਲਵੇ, ਸਾਨੂੰ ਕ੍ਰੈਡਿਟ ਨਹੀਂ ਚਾਹੀਦਾ। ਮੈਂ ਪੜ੍ਹ ਰਿਹਾ ਸੀ, ਕਹਿ ਰਿਹਾ ਅਕਾਲੀ ਦਲ ਕਹਿ ਰਿਹਾ, ਨਾ ਕਦੇ ਅਕਾਲੀ ਦਲ ਨੇ ਕਿਹਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ, ਇਹ ਲੋਕਾਂ ਦੀ ਸੰਸਥਾ। ਸਾਡਾ ਸਭ ਦਾ ਫਰਜ਼ ਬਣਦਾ ਹੈ ਇਹਨਾਂ ਸੰਸਥਾਵਾਂ ਦੀ ਮਰਿਆਦਾ ਨੂੰ, ਗਰਿਮਾ ਨੂੰ, ਉਹਨੂੰ ਸੰਭਾਲਣਾ। ਕੁਝ ਲੋਕ ਬਹੁਤ ਹਲਕੇ ਪੱਧਰ 'ਤੇ ਉੱਤਰ ਜਾਂਦੇ, ਮੈਂ ਉਹਨਾਂ ਲੋਕਾਂ ਦਾ ਜਵਾਬ ਦੇਣਾ ਠੀਕ ਨਹੀਂ ਸਮਝਦਾ। ਅੱਜ ਵੀ ਅਸੀਂ ਉਸੇ ਤਰ੍ਹਾਂ ਹੀ ਕੰਮ ਕਰ ਰਹੇ ਹਾਂ, ਕੱਲ੍ਹ ਵੀ ਕਰਦੇ ਰਹਿਣਾ। ਕੋਈ ਕ੍ਰੈਡਿਟ ਜਿਹੜਾ ਲੈਣਾ ਚਾਹੁੰਦਾ, ਪੂਰਾ ਕ੍ਰੈਡਿਟ ਉਹ ਲੈ ਲਵੇ, ਲੇਕਿਨ ਸਾਡਾ ਕੰਮ ਤੇ ਲੋਕਾਂ ਦੀ ਜ਼ਮਾਨਤਾਂ ਕਰਾਉਣਾ, ਬਾਹਰ ਲੈ ਕੇ ਆਉਣਾ ਔਰ ਕੇਸ ਲੜਨਾ। ਇਹ ਲੜਾਈ ਲੰਬੀ ਆ, ਇਹ ਲੜਾਂਗੇ। ਤੁਸੀਂ ਲੰਬੀ ਲੜਾਈ ਕਹਿ ਰਹੇ ਹੋ, ਆਉਣ ਵਾਲੇ ਦਿਨਾਂ 'ਚ ਹੋਰ ਲੋਕ ਕਿਤੇ ਉਮੀਦ ਕੀਤੀ ਜਾਏਗੀ ਅਗਲੇ ਆਉਣ ਵਾਲੇ ਹਫ਼ਤੇ 'ਚ ਹੋਰ ਜ਼ਮਾਨਤਾਂ ਹੋਣਗੀਆਂ? ਕਿਉਂਕਿ ਨੌਦੀਪ ਦੇ ਉੱਤੇ ਵੀ ਇੱਕ ਕੇਸ ਦੇ ਤੋਂ ਵੀ ਜ਼ਮਾਨਤ ਮਿਲੀ। ਜਤਿੰਦਰ ਕੁਮਾਰ ਐਡਵੋਕੇਟ ਜਿਹੜੇ ਨੇ ਨੌਦੀਪ ਦੇ ਉੱਥੇ ਸੋਨੀਪਤ ਲੋਕਲ ਐਡਵੋਕੇਟ ਨੇ, ਉਹਨਾਂ ਨੇ ਇੱਕ ਕੇਸ ਜਿਹੜਾ ਸੀ, ਜਿਹਦੀ 'ਚ ਉਹਦੀ ਅਰੈਸਟ ਪਹਿਲਾਂ ਹੋਈ ਨਹੀਂ ਸੀ, 2020 ਦਾ ਕੇਸ ਆ, ਉਹ ਦਸੰਬਰ ਦਾ, ਉਹ 'ਚ FIR 'ਚ ਉਸ ਕੇਸ 'ਚ ਉਹਦੀ ਜ਼ਮਾਨਤ ਮਿਲ ਗਈ ਨੌਦੀਪ ਨੂੰ। ਹੁਣੇ ਨੌਦੀਪ ਦੀ ਭੈਣ ਉਹਨੂੰ ਉਹਦੇ ਕੋਲ ਹੀ ਬੈਠੀ ਆ, ਨੌਦੀਪ ਨੂੰ ਮਿਲਣ ਗਈ ਹੋਈ ਹੈ ਕਰਨਾਲ ਹੀ। ਉਸ ਤੋਂ ਥੋੜ੍ਹੀ ਅਸੀਂ ਜਾਣਕਾਰੀ ਲੈਣੀ ਸੀ, ਕਿਉਂਕਿ ਜਿਹੜੀ 26 ਨੰਬਰ FIR ਆ, ਜਿਹਦੀ ਬੇਲ ਰਿਜੈਕਟ ਹੋਈ ਆ, ਉਹ ਪੰਜਾਬ ਐਂਡ ਹਰਿਆਣਾ ਕੋਰਟ ਅੰਦਰ ਅਸੀਂ ਪਾ ਰਹੇ ਹਾਂ। ਚੀਮਾ ਸਾਹਿਬ ਨੇ ਸਾਡੀ ਹੈਲਪ ਕਰਦੇ ਪਏ ਨੇ, ਔਰ ਉਹਦੇ ਸੰਬੰਧ ਅੰਦਰ ਕੁਝ ਕਾਗਜ਼ਾਤ ਚਾਹੀਦੇ ਸੀ। ਉਹਨਾਂ ਦੀ ਭੈਣ ਉੱਥੇ ਪਹੁੰਚੀ ਹੋਈ ਹੈ ਜੇਲ੍ਹ ਅੰਦਰ, ਹਿਸਾਰ ਜੇਲ੍ਹ, ਕਰਨਾਲ ਜੇਲ੍ਹ 'ਚ। ਇੱਕ ਹੋਰ FIR ਉਹਦੇ 'ਤੇ, FIR ਨੰਬਰ 25, ਜਿਸ ਦੀ ਜ਼ਮਾਨਤ ਕੱਲ੍ਹ ਉਹੀ ਜਤਿੰਦਰ ਕੁਮਾਰ ਜੀ ਜਿਨ੍ਹਾਂ ਨੇ ਕੱਲ੍ਹ ਜ਼ਮਾਨਤ ਕਰਾਈ ਆ, ਅੱਜ ਕੇਸ ਕੱਲ੍ਹ ਲਾਤੀ ਸੀ, ਕੱਲ੍ਹ ਹੀਰਿੰਗ ਸੈਚਰਡੇ ਨੂੰ ਆ ਰਹੀ ਆ। ਉਮੀਦ ਆ ਉਹ ਵੀ ਹੋ ਜਾਏਗੀ। ਔਰ ਫਿਰ ਇੱਕ ਜ਼ਮਾਨਤ ਜਿਹੜੀ ਰਿਜੈਕਟ ਹੋ ਚੁੱਕੀ ਆ, ਉਹ 307 ਵਾਲੀ, ਉਹ ਚੰਡੀਗੜ੍ਹ ਹਾਈ ਕੋਰਟ 'ਚ ਅਸੀਂ ਲਾ ਰਹੇ ਹਾਂ। ਸੋ ਮੋਸਟ ਪ੍ਰੋਬਲੀ ਅਗਲੇ ਹਫ਼ਤੇ ਸੋਮਵਾਰ ਜਾਂ ਮੰਗਲਵਾਰ ਤੱਕ ਸਾਰੇ ਕੇਸਾਂ 'ਚੋਂ ਨੌਦੀਪ ਕੌਰ ਦੀ ਜਿਹੜੀ ਆ ਬੇਲ ਹੋਊਗੀ, ਔਰ ਸਾਨੂੰ ਉਮੀਦ ਆ ਕਿ ਨੌਦੀਪ ਜਿਹੜੀ ਆ ਮੰਗਲ ਬੁੱਧਵਾਰ ਤੱਕ ਬਾਹਰ ਹੋਊਗੀ। ਸਿਰਸਾ ਜੀ, 130 ਤੋਂ ਵੱਧ ਲੋਕ ਨੇ ਅਜੇ ਤੱਕ, ਜਦੋਂ ਤੱਕ ਮੈਨੂੰ ਯਾਦ ਹੈ, ਲੋਕ ਜੇ ਅੰਦਰ ਨੇ, ਉਹਨਾਂ ਦੀ ਜ਼ਮਾਨਤਾਂ ਅਗਲੇ ਹਫ਼ਤੇ ਤੱਕ ਉਮੀਦ ਹੈ ਕਿ ਕੁਝ ਲੋਕਾਂ ਦੀਆਂ ਹੋਰ ਜ਼ਮਾਨਤਾਂ ਹੋਣਗੀਆਂ। ਬਹੁਤ ਸਾਰੇ ਨਵੇਂ ਲੋਕ ਅਰੈਸਟ ਕੀਤੇ ਜਾ ਰਹੇ ਨੇ। ਪਿਛਲੇ ਕੋਈ ਤਕਰੀਬਨ 4-5 ਦਿਨ ਦੇ ਅੰਦਰ
7 ਲੋਕ ਹੋਰ ਅਰੈਸਟ ਹੋਏ ਨੇ ਉਹਨਾਂ ਦੀਆਂ ਵੀ, ਔਰ ਜਿਹੜੇ ਇਹਨਾਂ ਕੇਸਿਸ ਅੰਦਰ ਨੇ ਉਹਨਾਂ ਦੀਆਂ ਵੀ ਅਲੱਗ-ਅਲੱਗ, ਕਿਤੇ ਕਿਸੇ ਕੇਸ ਅੰਦਰ 4 ਐਪਲੀਕੇਸ਼ਨ ਲੱਗੀਆਂ ਨੇ, ਕਿਸੇ 3, ਅਲੱਗ-ਅਲੱਗ ਜਗ੍ਹਾ ਤੇ ਸਾਡੀ ਐਡਵੋਕੇਟਸ ਟੀਮ, ਕਿਉਂਕਿ ਹੁਣ ਸਾਡੇ ਤੇ ਇਹ ਵੀ ਪ੍ਰੈਸ਼ਰ ਹੋ ਗਿਆ ਕਿ ਜਿਹੜੇ ਨਵੇਂ ਨੋਟਿਸਿਸ ਆ ਰਹੇ ਨੇ ਉਹਨਾਂ 'ਚੋਂ ਵੀ ਕਈਆਂ ਦੀ ਐਂਟੀਸਪੇਟਰੀ ਬੇਲ ਲਗਾ ਰਹੇ ਹਾਂ, ਕਈਆਂ ਨੂੰ ਨੋਟਿਸ ਦਾ ਜਵਾਬ ਦੇ ਰਹੇ ਹਾਂ। ਸੋ ਬਹੁਤ ਸਾਰੇ ਐਡਵੋਕੇਟ ਜਿਹੜੇ ਸਾਡੇ ਪੈਨਲ ਤੇ ਦਿੱਲੀ ਕਮੇਟੀ ਦੇ ਨਹੀਂ ਹੈਗੇ, ਪਰ ਵੋਲੰਟੀਅਰਲੀ ਸਾਡੀ ਬਹੁਤ ਸਮਦਾਦ ਕਰਨ ਵਾਸਤੇ ਇੱਥੇ ਪਹੁੰਚਦੇ, 50 ਤੋਂ ਜ਼ਿਆਦਾ ਲੋਕਾਂ ਦੀ ਟੀਮ ਅੰਦਰ ਬੈਠੀ ਆ ਜਿਹੜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਦੀ ਹੈਲਪ ਕਰਦੀ ਪਈ ਆ। ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਸੀਨੀਅਰ ਐਡਵੋਕੇਟ ਜਿਹੜੇ ਜਿਵੇਂ ਰਮੇਸ਼ ਗੁਪਤਾ ਜੀ ਨੇ, ਬਹੁਤ ਸੀਨੀਅਰ ਐਡਵੋਕੇਟ ਨੇ, ਜਿਹਨਾਂ ਨੂੰ ਉਹਨਾਂ ਬੇਨਤੀ ਕੀਤੀ ਅੱਜ ਇਸ ਕੇਸ 'ਚ ਅਪੀਅਰ ਹੋਣ ਵਾਸਤੇ, ਉਹਨਾਂ ਕਿਹਾ ਮੇਰੀ ਵੀ ਮਾਨਵਤਾ ਦੇ ਪ੍ਰਤੀ ਫਰਜ਼ ਬਣਦਾ, ਤੁਸੀਂ ਸੇਵਾ ਕਰਦੇ ਅਸੀਂ ਵੀ ਕਰਾਂਗੇ, ਮੈਂ ਫ੍ਰੀ 'ਚ ਕੇਸ ਕਰੂੰਗਾ। ਇਸੇ ਤਰ੍ਹਾਂ ਚਹਿਰ ਸਾਹਿਬ ਸੀਗੇ ਉੱਥੇ, ਉਹ ਵੀ ਫ੍ਰੀ 'ਚ ਖੜੇ ਹੋਏ। ਹੁਣ ਚੀਮਾ ਸਾਹਿਬ ਨੇ ਤਾਂ ਖੈਰ ਪਹਿਲੇ ਦਿਨ ਹੀ ਕਹਿ ਦਿੱਤਾ ਕਿ ਮੈਂ ਪੈਸੇ ਨਹੀਂ ਲੈਣੇ, ਮੈਂ ਕਰੂੰ। ਸੋ ਬਹੁਤ ਸਾਰੇ ਲੋਕ, ਬਹੁਤ ਸਾਰੇ ਨਹੀਂ, ਅੱਜ ਦੀ ਡੇਟ ਅੰਦਰ ਤੇ ਸਾਰੇ ਹੀ ਆਪ ਮੁਹਾਰੇ ਹੋ ਕੇ ਸੇਵਾ 'ਚ ਦਿੱਲੀ ਕਮੇਟੀ ਦਾ ਸਾਥ ਦਿੰਦੇ ਪਏ ਨੇ, ਔਰ ਬਿਨਾਂ ਕਿਸੇ ਲੋਭ ਲਾਲਚ ਤੋਂ, ਬਿਨਾਂ ਕਿਸੇ ਤੋਂ ਪੈਸੇ ਤੋਂ ਆਪਣੀ ਸੇਵਾ ਦੇ ਕੇ ਤੇ ਉਹਨਾਂ ਨੂੰ ਕੇਸਾਂ 'ਚੋਂ ਬਾਹਰ ਮੇਰੀ ਆਖਰੀ ਸਵਾਲ ਹੈ ਕਿ ਤੁਸੀਂ ਕਿਹਾ ਕਿ 20,000 ਦੇ ਸੀ ਜਿਹੜੇ ਕੋਈ ਜ਼ਮਾਨਤੀ ਦੇਣੇ ਨੇ, ਬਾਕੀਆਂ ਦੀ ਵੀ ਲੋੜ ਪਏਗੀ ਤੇ ਇਸੇ ਤਰੀਕੇ ਨਾਲ ਦਿੱਲੀ ਕਮੇਟੀ ਉਹਨਾਂ ਦਾ ਸਹਿਯੋਗ ਕਰੇਗੀ? ਨਹੀਂ, ਜਿਹੜਾ ਵੀ ਜਿੱਥੇ ਵੀ ਲੋੜ ਪੈਂਦੀ ਆ, ਦੇਖੋ ਅੱਜ ਇਹਨਾਂ ਦੇ ਪਰਿਵਾਰ 'ਚੋਂ ਕੋਈ ਜੀ ਨਹੀਂ ਆ ਸਕੇ, ਹੁਣ ਇਹਨਾਂ ਨੂੰ ਬਾਹਰ ਕਢਾਉਣਾ ਬੜਾ ਜ਼ਰੂਰੀ ਸੀ, ਫਿਰ ਹੁਣ ਫੈਸਲਾ ਲਿਆ ਐਡਵੋਕੇਟ ਸਾਹਿਬਾਨਾਂ ਨੇ ਕਿ ਦਿੱਲੀ ਕਮੇਟੀ ਵੱਲੋਂ ਇਮੀਡੀਏਟਲੀ ਇਹਨਾਂ ਦੇ ਪੇ ਆਰਡਰ ਬਣਾ ਕੇ ਤੇ ਇਹਨਾਂ ਦੀ ਜ਼ਮਾਨਤ ਕਰਾਈ ਜਾਵੇ। ਸੋ ਜਿੱਥੇ ਵੀ ਸਾਡੀ ਲੋੜ ਪਊਗੀ ਅਸੀਂ ਡਟ ਕੇ ਖੜੇ ਹਾਂ। ਬਿਲਕੁਲ, ਇਹ ਸਾਡੇ ਨਾਲ ਮਨਜਿੰਦਰ ਸਿੰਘ ਸਿੱਸਾ ਸਨ ਜੋ ਕਿ ਕਹਿ ਰਹੇ ਨੇ ਕਿ ਜਿੱਥੇ ਵੀ ਲੋੜ ਪਏਗੀ ਅਸੀਂ ਡਟ ਕੇ ਲੋਕਾਂ ਦਾ ਸਹਿਯੋਗ ਦੇਣ ਲਈ ਖੜੇ ਹਾਂ। ਕੈਮਰਾਮੈਨ ਵਿਕਰਮ ਡੋਗਰਾ ਦੇ ਨਾਲ ਹਰਪ੍ਰੀਤ ਸਿੰਘ, PTC ਨਿਊਜ਼ ਦਿੱਲੀ। ਗੂੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿੱਥੇ 2 ਹੋਰ ਲੋਕਾਂ ਨੂੰ ਜ਼ਮਾਨਤ ਮਿਲੀ ਹੈ ਤੇ ਉੱਥੇ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਈ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਉਹਨਾਂ ਨੂੰ ਵੀ ਜ਼ਮਾਨਤ ਦਵਾਈ ਜਾਵੇਗੀ। ਇਹ ਕਹਿਣਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦਾ, ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ 28 ਫਰਵਰੀ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਡਾਇਲਿਸਿਸ ਸੈਂਟਰ ਦਾ ਉਦਘਾਟਨ ਕੀਤਾ ਜਾ ਰਿਹਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨਾਲ ਖਾਸ ਗੱਲਬਾਤ ਕੀਤੀ ਸਾਡੇ ਸਹਿਯੋਗੀ ਜਸਮੀਤ ਸਿੰਘ ਨੇ। ਦਿੱਲੀ ਕਮੇਟੀ ਵੱਲੋਂ ਲਗਾਤਾਰ ਜਿਹੜੀਆਂ ਨੇ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ, ਜਿੱਥੇ ਕਿਸਾਨੀ ਅੰਦੋਲਨ ਦੇ ਵਿੱਚ ਲੰਗਰਾਂ ਦੀ ਸੇਵਾ ਜਾਰੀ ਹੈ। ਉਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ MRI ਸੈਂਟਰ ਉਹ ਸ਼ੁਰੂ ਕੀਤਾ ਜਾ ਰਿਹਾ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ। ਹਰਮੀਤ ਸਿੰਘ ਕਾਲਕਾ ਜੀ ਨਾਲੇ। ਹਰਮੀਤ ਜੀ, ਲਗਾਤਾਰ ਦਿੱਲੀ ਕਮੇਟੀ ਜੋ ਸੇਵਾਵਾਂ ਨਿਭਾ ਰਹੀ ਹੈ, ਹੁਣ ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਸੇਵਾਵਾਂ ਜਾਰੀ ਸੀ, ਹੁਣ ਬੇਲ ਉਹਨਾਂ ਦੀਆਂ ਕਰਵਾਈਆਂ ਜਾ ਰਹੀਆਂ ਨੇ ਜੋ ਗ੍ਰਿਫਤਾਰ ਕੀਤੇ ਗਏ ਨੇ। ਦੇਖੋ, ਮੈਂ ਸਮਝਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਜਿਨ੍ਹਾਂ ਦੇ ਵੀ ਹੱਥ 'ਚ ਆਉਂਦਾ ਇਹ ਸੇਵਾ ਕਰਨ ਵਾਸਤੇ ਆਉਂਦਾ, ਔਰ ਇਹਦੇ ਵਿੱਚ ਆਪਣੀ ਰਾਜਨੀਤਿਕ ਰੋਟੀਆਂ ਸੇਕਣੀਆਂ ਇਹ ਚੰਗੀ ਗੱਲ ਨਹੀਂ ਹੁੰਦੀ। ਜਦ ਤੋਂ ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਸੇਵਾ ਮਿਲੀ ਹੈ, ਸਾਡੀ ਕਮੇਟੀ ਮੌਜੂਦਾ ਜਿਹਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਔਰ ਜਦ ਤੋਂ ਮੈਂ ਜਨਰਲ ਸਕੱਤਰ ਬਣਿਆ, 2 ਸਾਲਾਂ ਦੇ ਵਿੱਚ ਇੰਨੇ ਚੈਲੰਜਿੰਗ ਟਾਈਮ ਆਇਆ ਕਿ ਜਿਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਇੱਕ ਲੋਕਡਾਊਨ ਹੋਇਆ, ਦੁਨੀਆ ਪੂਰੀ ਬੰਦ ਹੋ ਗਈ, ਲੋਕਾਂ ਨੇ ਘਰੋਂ ਨਿਕਲਣਾ ਬੰਦ ਕਰਤਾ, ਗੁਰੂ ਘਰ ਦੇ ਵਿੱਚ ਸੰਗਤ ਆਉਂਦੀ ਨਹੀਂ ਸੀ। ਇਸ ਤਰੀਕੇ ਦੇ ਨਾਲ ਪ੍ਰਬੰਧ ਨੂੰ ਚਲਾਉਣਾ ਮੈਂ ਸਮਝਦਾ ਇੱਕ ਬਹੁਤ ਵੱਡਾ ਚੈਲੰਜ ਸੀ, ਜਿਹਨੂੰ ਸਾਡੀ ਪੂਰੀ ਟੀਮ ਨੇ ਬਹੁਤ ਬਖੂਬੀ ਨਿਭਾਇਆ ਔਰ ਇਸ ਤਰੀਕੇ ਨਾਲ ਨਿਭਾਇਆ, ਇਸ ਤਰੀਕੇ ਦੀ ਸੇਵਾਵਾਂ ਕੀਤੀਆਂ ਜਿਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਮਿਸਾਲ ਹੋਈ। ਇਕੱਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਹੀਂ, ਮੈਂ ਸਮਝਦਾ ਪੂਰੀ ਸਿੱਖਾਂ ਦੀ ਸ਼ਾਨ ਵਧੀ ਕਿ ਜਿਸ ਤਰੀਕੇ ਦੇ ਨਾਲ ਇਸ ਕਰੋਨਾ ਮਹਾਮਾਰੀ ਦੇ ਵਿੱਚ ਸਾਡੇ ਲੋਕਾਂ ਨੇ ਘਰ ਘਰ ਜਾ ਕੇ ਲੰਗਰ ਪਹੁੰਚਾਇਆ। ਤਕਰੀਬਨ 2.25 ਲੱਖ ਬੰਦਿਆਂ ਨੂੰ ਰੋਜ਼ ਲੰਗਰ ਪਹੁੰਚਾਉਣਾ, ਰਸਦ ਪਹੁੰਚਾਉਣੀ ਬੜੀ ਵੱਡੀ ਮਿਹਨਤ ਸੀ ਔਰ ਦੇਸ਼ ਨੇ ਕੀ ਦੁਨੀਆ ਨੇ ਇਹਨੂੰ ਸਲਾਮ ਕੀਤਾ। ਉਸ ਤੋਂ ਬਾਵਜੂਦ ਜਿਸ ਵਕਤ ਅਸੀਂ ਲੋਕਾਂ ਦੇ ਘਰ ਜਾਂਦੇ ਸੀ, ਅਸੀਂ ਦੇਖਦੇ ਸੀ ਕਿ ਲੋਕ ਕਿਸ ਤਰ੍ਹਾਂ ਬਿਮਾਰੀਆਂ ਤੋਂ ਜੂਝ ਰਹੇ ਨੇ। ਫੈਸਲਾ ਲਿਆ ਸੀ ਕਿ ਬਾਲਾ ਪ੍ਰੀਤਮ ਦਵਾਖਾਨਾ ਇੱਕ ਐਸਾ ਦਵਾਖਾਨਾ ਖੋਲਾਂਗੇ ਜਿਹੜਾ ਦੁਨੀਆ 'ਚ ਆਪਣੀ ਮਿਸਾਲ ਬਣਾਏਗਾ। ਔਰ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਲੋਕਾਂ ਨਾਲ ਜਦ ਪੁੱਛੀਦਾ ਹੈ ਕਿ ਉਹਨਾਂ ਦੇ ਘਰਾਂ ਦੇ ਵਿੱਚ ਕੀ ਬੈਨੀਫਿਟ ਹੋਇਆ ਤੇ ਪਤਾ ਚੱਲਦਾ ਹੈ ਕਿ ਜੋ ਉਹਨਾਂ ਦੇ ਖਰਚੇ ਸੀ, ਐਕਸਪੈਂਸਿਸ ਸੀ, ਤਕਰੀਬਨ ਅੱਧੇ ਤੋਂ ਵੀ ਘੱਟ ਰਹਿ ਗਏ ਨੇ ਦਵਾਈਆਂ ਦੇ ਖਰਚੇ। ਲੋਕ ਇਹਦਾ ਫਾਇਦਾ ਉਠਾ ਰਹੇ ਨੇ ਔਰ ਮੈਂ ਸਮਝਦਾ ਕਿ ਸਾਡੀ ਜਿਹੜੀ ਸੇਵਾ ਹੈ ਅਗਰ ਥਾਏ ਪੈ ਰਹੀ ਹੈ, ਲੋਕ ਉਹਦਾ ਫਾਇਦਾ ਚੁੱਕ ਰਹੇ ਨੇ ਤੇ ਭਾਵੇਂ ਉਹ ਦਵਾਈਆਂ ਕਰਕੇ ਹੈ। ਕਹਿਣੀ ਗੱਲ ਅੱਛੀ ਨਹੀਂ ਹੈ ਮਗਰ ਉਹਨਾਂ ਨੇ ਤੇ ਖਰਚਣੀ ਨੇ, ਉਹ ਬਾਜ਼ਾਰ 'ਚ ਖਰਚ ਰਹੇ ਸੀ, ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਲਾ ਪ੍ਰੀਤਮ ਤੋਂ ਲੈ ਰਹੇ ਨੇ, ਜਿੱਥੇ ਦੁਆ ਵੀ ਮਿਲ ਰਹੀ ਹੈ, ਦਵਾ ਵੀ ਮਿਲ ਰਹੀ ਹੈ। ਐਸੀ ਤਰੀਕੇ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਜੋ MRI ਸ਼ੁਰੂ ਕੀਤੀ ਗਈ ਹੈ, ਮੈਂ ਸਮਝਦਾ ਦੇਸ਼ 'ਚ ਨਹੀਂ ਦੁਨੀਆ ਦੀ ਸਭ ਤੋਂ ਸਸਤੀ ਅਗਰ MRI ਜਿਹੜੀ ਹੈ ਉਹ ਗੁਰਦੁਆਰਾ ਬੰਗਲਾ ਸਾਹਿਬ ਇਸ ਹਫ਼ਤੇ ਸ਼ੁਰੂ ਹੋਣ ਜਾ ਰਹੀ ਹੈ। ਮੈਂ ਇਹਦੇ ਨਾਲ ਦੀ ਕੋਈ ਮਿਸਾਲ ਪੂਰੀ ਦੁਨੀਆ 'ਚ ਨਹੀਂ ਦੇ ਸਕਦੇ। ਲੋਕ ਕਹਿੰਦੇ ਸੀ, ਸਾਡਾ ਮਜ਼ਾਕ ਉਡਾਉਂਦੇ ਸੀ, ਤੁਸੀਂ ਕਿਸ ਤਰ੍ਹਾਂ ਸ਼ੁਰੂ ਕਰੋਗੇ, ਮਗਰ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਹੈ ਔਰ ਸੰਗਤਾਂ ਦਾ ਵਿਸ਼ਵਾਸ ਹੈ। ਸੰਗਤ ਜਿਹੜੀ ਆਪ ਅੱਗੇ ਵੱਧ ਚੜ੍ਹ ਕੇ ਆਪਣੇ ਦਸਵੰਧ 'ਚ ਦਿੰਦੀ ਹੈ ਚੀਜ਼ਾਂ ਔਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਦੀ ਫੈਸਿਲਿਟੀਜ਼ ਲੋਕਾਂ ਤੱਕ ਪਹੁੰਚਾਈਏ ਔਰ ਅਸੀਂ ਪਹੁੰਚਾ ਰਹੇ ਹਾਂ। ਮੈਨੂੰ ਇਹ ਵੀ ਦੱਸਦੇ ਹੋਏ ਬੜੀ ਖੁਸ਼ੀ ਹੈ ਕਿ ਅਸੀਂ 10 ਦਿਨਾਂ ਦੇ ਵਿੱਚ ਅਸੀਂ ਜਿਹੜਾ ਜੋ ਅਸੀਂ ਡੇਟ ਫਿਕਸ ਕੀਤੀ ਹੈ ਜੀ 28 ਤਰੀਕ ਦੀ, ਮੈਂ ਸਮਝਦਾ ਕਿ ਜਿਹੜਾ ਡਾਇਲਿਸਿਸ ਸੈਂਟਰ ਖੁੱਲ੍ਹਣ ਜਾ ਰਿਹਾ ਦੇਸ਼ ਦਾ, ਕਿ ਇਹ ਵੀ ਦੁਨੀਆ ਦਾ ਸਭ ਤੋਂ ਵੱਡਾ ਇੱਕ ਡਾਇਲਿਸਿਸ ਸੈਂਟਰ ਹੋਏਗਾ ਜਿਹੜਾ ਸਭ ਤੋਂ ਸਸਤਾ
ਔਰ 100 ਮਸ਼ੀਨ ਇੱਕੋ ਦਿਨ ਦੇ ਵਿੱਚ ਲੱਗਣ ਜਾ ਰਹੀ ਹੈ। ਦੁਨੀਆ ਦੇ ਵਿੱਚ ਆਪਣੀ ਇੱਕ ਮਿਸਾਲ ਕਾਇਮ ਕਰੇਗਾ ਔਰ ਉਹ ਜਗ੍ਹਾ ਦੇ ਉੱਤੇ ਕਰਨ ਜਾ ਰਹੇ ਹਾਂ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਹਰਬੰਸ ਸਿੰਘ ਜੀ ਨੇ ਜਿਹਦੀ ਉਸਾਰੀ ਕੀਤੀ ਹੈ ਗੁਰਦੁਆਰਾ ਬਾਲਾ ਸਾਹਿਬ। ਲੋਕਾਂ ਦੇ ਵਿੱਚ ਬੜੀਆਂ ਗੱਲਾਂ ਸੀ ਜੀ ਕਿ ਇਹਨੂੰ ਪ੍ਰਾਈਵੇਟਾਈਜ਼ ਕਰ ਦੇਣਾ ਚਾਹੀਦਾ, ਕੁਝ ਕਰ ਦੇਣਾ, ਬਟ ਮੈਂ ਸਮਝਦਾ ਜੋ ਮਨਸੂਬੇ ਲੈ ਕੇ ਅਸੀਂ ਚੱਲੇ ਆ ਲੋਕਾਂ ਦੀ ਸੇਵਾ ਵਾਸਤੇ ਮਹਾਰਾਜ ਸਾਨੂੰ ਅੱਗੇ ਵੱਧ ਚੜ੍ਹ ਕੇ ਉਹਦਾ ਸਹਾਇਤਾ ਵੀ ਦੇ ਰਹੇ ਨੇ। ਉਸ ਅੱਗੇ ਵੱਧ ਚੜ੍ਹ ਕੇ ਸਾਨੂੰ ਜੋਸ਼ ਵੀ ਮਿਲਦਾ ਇਸ ਚੀਜ਼ ਦੇ ਉੱਤੇ ਕਿ ਸੰਗਤ ਦਾ ਸਹਿਯੋਗ ਮਿਲਦਾ। ਅੱਜ ਉਹ ਡਾਇਲਿਸਿਸ ਸੈਂਟਰ ਸ਼ੁਰੂ ਹੋਣ ਜਾ ਰਿਹਾ ਜਿਹੜਾ, ਔਰ ਬਾਲਾ ਸਾਹਿਬ ਹਸਪੀਟਲ ਦਾ ਪਹਿਲਾ ਫੇਸ ਉਹਦੀ ਓਪਨਿੰਗ ਅਸੀਂ ਕਰਨ ਜਾ ਰਹੇ ਹਾਂ 28 ਤਰੀਕ ਨੂੰ। ਮੈਂ ਉਹ ਵੀ ਸੰਗਤਾਂ ਨੂੰ ਬੜੀ ਵਧਾਈ ਦਿੰਦਾ ਇਸ ਚੀਜ਼ ਦੀ। ਡੀਐਸਜੀਐਮਸੀ ਦਾ ਲੀਗਲ ਪੈਨਲ ਵੀ ਲਗਾਤਾਰ ਲੱਗਿਆ ਹੋਇਆ, ਕਿਸਾਨਾਂ ਦੇ ਹੱਕ ਦੀ ਆਵਾਜ਼ ਚੱਕ ਰਿਹਾ। ਬੇਲ ਕਈ ਕਿਸਾਨਾਂ ਨੂੰ ਜਿਹੜੀ ਹੋਈ ਹੈ, ਪਰ ਵੱਡੀ ਗਿਣਤੀ 'ਚ ਨੌਜਵਾਨ ਵੀ ਹਜੇ ਤੱਕ ਜਿਹੜੇ ਜੇਲ੍ਹਾਂ 'ਚ ਨੇ ਉਹਨਾਂ ਲਈ ਵੀ ਐਫਰਟ ਕੀਤੇ ਜਾ ਰਹੇ ਨੇ। ਦੇਖੋ ਮੈਂ ਸਮਝਦਾ ਕਿ ਇਹ ਜਦੋਂ ਤੋਂ ਸਾਡੀ ਇਹ ਟੀਮ ਆਈ ਹੈ, ਮੈਂ ਖਾਸ ਤੌਰ ਤੇ ਸਾਰੇ ਯੰਗਸਟਰਸ ਦੀ ਟੀਮ ਕਹਿ ਸਕਦਾ, ਆਪਣੀ ਜ਼ਿੰਮੇਵਾਰੀ ਨਿਭਾਈ ਹੈ ਕਿ ਕੌਮ ਦੇ ਉੱਤੇ ਜਿੱਥੇ ਵੀ ਪੀੜਾ ਪਵੇ, ਦੇਸ਼ ਦੇ ਵਿੱਚ ਕਿੱਥੇ ਵੀ ਕੋਈ ਆਵਾਜ਼ ਪਹੁੰਚਦੀ ਹੈ, ਕਿਤੇ ਕਿਸੇ ਸਿੱਖ ਦੇ ਉੱਤੇ ਪੀੜਾ ਹੁੰਦੀ ਹੈ, ਹਮੇਸ਼ਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਉੱਥੇ ਹਮੇਸ਼ਾ ਪਹੁੰਚਦੀ ਹੈ। ਔਰ ਭਾਵੇਂ ਉਹ ਕਲਕੱਤਾ ਹੋਏ, ਭਾਵੇਂ ਉਹ ਲਖਨਊ ਹੋਏ, ਭਾਵੇਂ ਉਹ ਜੰਮੂ ਕਸ਼ਮੀਰ ਹੋਏ, ਜਿੱਥੇ ਵੀ ਹੋਈ ਪ੍ਰੋਬਲਮ ਹੋਈ। ਦਿੱਲੀ ਦੇ ਵਿੱਚ ਇੰਨਾ ਵੱਡਾ ਹਾਦਸਾ ਵਾਪਰਿਆ ਸੀ ਮੁਖਰਜੀ ਨਗਰ ਦਾ, ਇਹ ਬੜੇ ਛੋਟੇ ਜਿਹੇ ਔਰ ਪਰਸਨਲ ਵਿਵਾਦਾਂ ਕਰਕੇ ਸੀ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਖੜੀ ਹੋਈ। ਮਗਰ ਜੋ ਇਸ ਵਕਤ ਕੌਮ ਦੇ ਉੱਤੇ ਵਿਪਦਾ ਪਈ ਹੈ, ਜਿਸ ਤਰੀਕੇ ਦੇ ਨਾਲ ਸਾਡੇ ਬੱਚਿਆਂ ਦੇ ਉੱਤੇ, ਸਾਡੇ ਬਜ਼ੁਰਗਾਂ ਦੇ ਉੱਤੇ ਮੁਕੱਦਮੇ ਦਰਜ ਕੀਤੇ ਜਾ ਰਹੇ ਨੇ, ਨੋਟਿਸ ਦਿੱਤੇ ਜਾ ਰਹੇ ਨੇ, ਫੈਸਲਾ ਲਿਆ ਸੀ ਕਿ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਕੀਲਾਂ ਦਾ ਪੈਨਲ ਜਿਹੜਾ ਇੱਥੇ ਸ਼ਾਮੀ 5 ਵਜੇ ਤੋਂ ਲੈ ਕੇ 9 ਵਜੇ ਤੱਕ ਪੂਰਾ ਪੈਨਲ ਬੈਠਦਾ ਹੈ, ਮਗਰ ਅਸੀਂ ਸਵੇਰੇ ਵਰਕਿੰਗ ਆਵਰਸ ਦੇ ਵਿੱਚ ਹੀ 10 ਵਜੇ ਜਿਸ ਤਰੀਕੇ ਦੇ ਨਾਲ 2 ਵਕੀਲ ਵੱਖਰੇ ਬਿਠਾ ਰੱਖੇ ਨੇ, ਮਗਰ ਪੂਰਾ ਪੈਨਲ ਸ਼ਾਮੀ ਡਿਸਕਸ ਕਰਦਾ ਇਹਨਾਂ ਦੀ ਜ਼ਮਾਨਤਾਂ ਕਿਸ ਤਰ੍ਹਾਂ ਲੱਗਣੀਆਂ ਚਾਹੀਦੀਆਂ। ਜਿਹੜੀਆਂ ਕੱਲ 2 ਜ਼ਮਾਨਤਾਂ ਹੋਈਆਂ ਨੇ, ਇੱਕ 70 ਸਾਲ ਦਾ ਬਜ਼ੁਰਗ, ਇੱਕ 80 ਸਾਲ ਦਾ ਐਕਸ ਆਰਮੀ ਮੈਨ ਦੇ ਉੱਤੇ ਮੁਕੱਦਮੇ ਲਗਾਏ ਜਾ ਰਹੇ ਨੇ। ਇਸ ਦੇਸ਼ ਦੀ ਸਰਕਾਰ ਨੂੰ ਕੁਛ ਨਾ ਕੁਛ ਸੋਚਣਾ ਪਏਗਾ ਕਿ ਜਿਸ ਤਰੀਕੇ ਵੱਲ ਜਾ ਰਹੇ ਨੇ ਹਿਟਲਰਸ਼ਾਹੀ ਬਰਦਾਸ਼ਤ ਜ਼ਿਆਦਾ ਦੇਰ ਤੱਕ ਨਹੀਂ ਹੋਏਗੀ। ਮਗਰ ਅਸੀਂ ਆਪਣਾ ਫਰਜ਼ ਸਮਝਦੇ ਹੋ, ਭਾਵੇਂ ਕਿਸੇ ਵੀ ਕਾਸਟ ਦਾ ਹੋਏ, ਭਾਵੇਂ ਉਹ ਸਿੱਖ ਹੈ, ਭਾਵੇਂ ਹਿੰਦੂ ਹੈ, ਭਾਵੇਂ ਜਾਟ ਹੈ, ਭਾਵੇਂ ਯੂਪੀ ਤੋਂ ਆਇਆ, ਅਸੀਂ ਕੋਈ ਉਸ ਚੀਜ਼ ਦੇ ਵਿਤਕਰਾ ਨਹੀਂ ਕਰ ਰਹੇ। ਜਿਹੜਾ ਸਾਡੇ ਤੱਕ ਅਪਰੋਚ ਕਰ ਰਿਹਾ, ਅਸੀਂ ਟੀਵੀ ਦੇ ਮਾਧਿਅਮ ਰਾਹੀਂ, ਅਸੀਂ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਸਭ ਨੂੰ ਅਪੀਲਾਂ ਕਰ ਰਹੇ ਹਾਂ ਕਿ ਜਿਨ੍ਹਾਂ ਦੇ ਘਰਾਂ 'ਚ ਕੋਈ ਨੋਟਿਸ ਆਏ ਉਹ ਸਾਡੇ ਤੱਕ ਪਹੁੰਚ ਕਰਨ, ਅਸੀਂ ਉਹਨਾਂ ਦੀ ਕੇਸ ਲੜਾਂਗੇ ਔਰ ਕੇਸ ਜਿਤਾ ਕੇ ਉਸ ਬੱਚੇ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿਆਂਗੇ। ਬਹੁਤ ਬਹੁਤ ਧੰਨਵਾਦ ਸਰ। ਸੋ ਹਰਮੀਤ ਸਿੰਘ ਕਾਲਕਾ ਜੀ ਜਿਨ੍ਹਾਂ ਨੇ ਤਮਾਮ ਚੀਜ਼ਾਂ ਦੇ ਉੱਤੇ ਜਿਹੜਾ ਵਿਸਥਾਰ ਦੇ ਨਾਲ ਉਹ ਜਿਹੜੀ ਹੈ ਜਾਣਕਾਰੀ ਦਿੱਤੀ। ਕੈਮਰਾ ਪਰਸਨ ਗੋਮੀ ਸ਼ਰਮਾ ਦੇ ਨਾਲ ਜਸਮੀਤ ਸਿੰਘ, PTC ਨਿਊਜ਼ ਦਿੱਲੀ। ਗੂੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਭ ਤੋਂ ਜ਼ਿਆਦਾ ਅਪਗ੍ਰੇਡਡ ਅਤੇ ਸਭ ਤੋਂ ਚੀਪੈਸਟ ਇੱਕ ਡਾਇਲਿਸਿਸ ਸੈਂਟਰ ਖੁੱਲ੍ਹਣ ਜਾ ਰਿਹਾ ਹੈ। ਜੀ ਹਾਂ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦਿੱਲੀ ਦੇ ਇਤਿਹਾਸਿਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇੱਕ ਡਾਇਲਿਸਿਸ ਸੈਂਟਰ ਖੋਲ੍ਹਿਆ ਜਾ ਰਿਹਾ ਹੈ, ਜਿਸ ਦੀ ਆਰੰਭਤਾ 28 ਫਰਵਰੀ ਨੂੰ ਕੀਤੀ ਜਾਵੇਗੀ। ਇਸ ਸੈਂਟਰ ਦੇ ਵਿੱਚ ਡਾਇਲਿਸਿਸ ਦੀ ਮਸ਼ੀਨਾਂ ਆਈਆਂ ਨੇ, MRI ਹੋਏਗਾ ਤੇ ਨਾਲ ਹੀ CT ਸਕੈਨ ਵੀ ਕੀਤਾ ਜਾਏਗਾ, ਜਿਸ ਦਾ ਦਾਮ ਬਹੁਤ ਹੀ ਘੱਟ ਹੋਵੇਗਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨਾਲ ਇਸ ਮੌਕੇ ਖਾਸ ਗੱਲਬਾਤ ਕੀਤੀ ਸਾਡੇ ਸਹਿਯੋਗੀ ਜਸਮੀਤ ਸਿੰਘ ਨੇ। ਕਰੋਨਾ ਕਾਲ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੀਆਂ ਸੇਵਾਵਾਂ ਨਿਭਾਈਆਂ ਗਈਆਂ। ਲੋਕਾਂ ਦੀ ਜਿੱਥੇ ਮਦਦ ਕੀਤੀ ਗਈ, ਉੱਥੇ ਹੀ ਲੰਗਰਾਂ ਦੀਆਂ ਬੇਅੰਤ ਸੇਵਾਵਾਂ ਚੱਲੀਆਂ। ਉਸ ਕਾਲ ਦੇ ਵਿੱਚ ਕਮੇਟੀ ਵੱਲੋਂ ਇੱਕ ਅਨਾਉਂਸਮੈਂਟ ਕੀਤੀ ਗਈ ਸੀ ਕਿ ਜਿਹੜਾ ਹੈ ਵਿਸ਼ਵ ਪੱਧਰ ਦੀਆਂ ਸਿਹਤ ਸਹੂਲਤਾਂ ਜਿਹੜੀਆਂ ਨੇ ਉਹ ਸੰਗਤਾਂ ਨੂੰ ਹੁਣ ਦਿੱਤੀਆਂ ਜਾਣਗੀਆਂ, ਜਿਸ ਦੇ ਚੱਲਦਿਆਂ ਜਿਹੜਾ ਹੈ ਹੁਣ तमाम ਤਿਆਰੀਆਂ ਹੋ ਚੁੱਕੀਆਂ ਨੇ। ਇਹ ਐਕਸਰੇ ਰੂਮ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਔਰ ਫੁੱਲੀ ਜਿਹੜਾ ਹੈ ਹੁਣ ਡਿਜੀਟਲ ਐਕਸਰੇ ਜਿਹੜੇ ਨੇ ਉਹ ਮਸ਼ੀਨਸ ਆ ਚੁੱਕੀਆਂ ਨੇ, MRI ਦੀਆਂ ਮਸ਼ੀਨਸ ਆ ਚੁੱਕੀਆਂ ਨੇ, CT ਸਕੈਨ ਦੀਆਂ ਮਸ਼ੀਨਸ ਆ ਚੁੱਕੀਆਂ ਨੇ। ਸਿਰਸਾ ਜੀ ਨਾਲ ਨੇ। ਸਿਰਸਾ ਸਾਹਿਬ, ਕਰੋਨਾ ਕਾਲ ਤੋਂ ਬਾਅਦ ਇੱਕ ਵੱਡਾ ਕਦਮ ਤੁਸੀਂ ਚੁੱਕਿਆ, ਜਿੱਥੇ ਬਾਲਾ ਪ੍ਰੀਤਮ ਦਵਾਖਾਨੇ ਸ਼ੁਰੂ ਹੋਏ, ਵਿਸ਼ਵ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਦੀ ਗੱਲ ਹੋਈ ਸੀ, ਉਹ ਵੀ ਜਿਹੜਾ ਹੈ ਹੁਣ ਕੁਝ ਕਦਮਾਂ ਦੀ ਦੂਰੀ ਤੇ ਲੱਗ ਰਿਹਾ ਸਿਰਫ। ਬਿਲਕੁਲ ਇਸੇ ਮਹੀਨੇ ਦੇ ਅੰਤ ਅੰਦਰ ਇਹ ਇੰਡੀਆ ਦਾ ਸਭ ਤੋਂ ਲੇਟੈਸਟ ਡਾਇਗਨੋਸ ਸੈਂਟਰ ਔਰ ਚੀਪੈਸਟ ਡਾਇਗਨੋਸ ਸੈਂਟਰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਇਸ ਪਵਿੱਤਰ ਸਥਾਨ ਤੇ ਇਹ ਸਥਾਪਿਤ ਕੀਤਾ ਗਿਆ ਸ੍ਰੀ ਹਰਕ੍ਰਿਸ਼ਨ ਧਿਆਈਏ, ਜਿਸ ਜਿੱਥੇ ਸਭ ਦੁੱਖ ਜਾਏ, ਦੁੱਖਾਂ ਦਾ ਨਾਸ਼ ਕਰਨ ਵਾਲਾ ਇਹ ਮਹਾਨ ਸਥਾਨ ਆ। ਔਰ ਉੱਥੇ ਆ ਤੁਸੀਂ ਦੇਖ ਰਹੇ ਜੇ ਜਿਹੜਾ MRI ਦੇਖੀ ਤੁਸੀਂ, CT ਸਕੈਨ ਦੇਖਿਆ ਤੁਸੀਂ, ਇਹ ਇੰਡੀਆ ਦੀਆਂ ਨਹੀਂ ਵਰਲਡ ਦੀਆਂ ਬੈਸਟ ਮਸ਼ੀਨਾਂ ਨੇ ਸਿਮੈਂਸ ਦੀਆਂ ਔਰ ਲੇਟੈਸਟ ਮਸ਼ੀਨ ਮੰਗਾਈਆਂ ਨੇ। ਇਸੇ ਤਰੀਕੇ ਇਹ ਇੰਡੀਆ ਦੇ ਲੇਟੈਸਟ ਡਿਜੀਟਲ ਫੁੱਲੀ ਡਿਜੀਟਲ ਐਕਸਰੇ ਆ। ਇਹਦੇ 'ਚ ਵੀ 2 ਤਰ੍ਹਾਂ ਦੇ ਆਉਂਦੇ ਨੇ, ਇੱਕ ਜਿਹੜੇ ਬਾਅਦ 'ਚ ਐਕਸਰੇ ਨੂੰ ਡਿਜੀਟਲ ਕੀਤਾ ਜਾਂਦਾ, ਪਰ ਨਹੀਂ, ਇਹ ਲੇਟੈਸਟ ਟੈਕਨੋਲੋਜੀ ਦਾ ਵਰਲਡ ਕਲਾਸ ਲੇਟੈਸਟ ਡਿਜੀਟਲ ਐਕਸਰੇ ਆ। ਇਸੇ ਤਰ੍ਹਾਂ ਸਾਡਾ ਲੇਟੈਸਟ ਅਲਟਰਾਸਾਊਂਡ ਆ।
ਜਿਹੜਾ ਡਾਇਗਨੋਸ ਸੈਂਟਰ ਆ ਦਿੱਲੀ ਦੀਆਂ ਬੈਸਟ ਮਸ਼ੀਨਾਂ ਅਸੀਂ ਇੰਡੀਆ ਦੀਆਂ ਲੈ ਕੇ ਡਾਇਗਨੋਸ ਸੈਂਟਰ ਸ਼ੁਰੂ ਕੀਤਾ ਔਰ ਚੀਪੈਸਟ ਡਾਇਗਨੋਸ ਸੈਂਟਰ ਸ਼ੁਰੂ ਕੀਤਾ ਹੈ ਕਿਉਂਕਿ ਗੁਰੂ ਘਰ 'ਚ ਜਿਹੜੀਆਂ ਵੀ ਸੇਵਾਵਾਂ ਹੁੰਦੀਆਂ ਨੇ ਉਹ ਮਾਨਵਤਾ ਦੀ ਸੇਵਾ ਵਾਸਤੇ ਨੇ। ਇਹਦੇ 'ਚ ਕੋਈ ਧਰਮ ਨਹੀਂ, ਕੋਈ ਜ਼ਾਤ ਨਹੀਂ, ਕਿਸੇ ਦਾ ਕੋਈ ਫਾਈਨੈਂਸ਼ੀਅਲ ਸਟੇਟਸ ਨਹੀਂ ਦੇਖਿਆ ਜਾਂਦਾ, ਬਲਕਿ ਇੱਕੋ ਚੀਜ਼ ਦੇਖੀ ਜਾਂਦੀ ਆ ਕਿ ਇਨਸਾਨੀਅਤ ਦੇ ਪ੍ਰਤੀ, ਮਾਨਵਤਾ ਦੇ ਪ੍ਰਤੀ ਸੇਵਾਵਾਂ ਵਾਸਤੇ ਸਥਾਨ ਨੇ। ਸਿਰਸਾ ਸਾਹਿਬ, MRI ਦੀ ਜੇਕਰ ਗੱਲ ਕਰੀਏ ਬੜੀ ਕਾਸਟਲੀ ਹੁੰਦੀ ਹੈ ਔਰ ਜੇਕਰ ਸਰਕਾਰੀ ਸਹੂਲਤਾਂ ਦੀ ਦਿੱਲੀ ਦੀ ਗੱਲ ਕਰ ਲਈਏ ਤਾਂ 6-6 ਮਹੀਨੇ ਬਾਅਦ ਦੀ ਜਿਹੜੀ ਉਹ ਪੇਸ਼ੈਂਟ ਨੂੰ ਡੇਟ ਆਉਂਦੀ ਹੈ। ਇੱਥੇ ਕਿਸ ਤਰੀਕੇ ਜਿਹੜਾ ਹੈ ਪੂਰਾ ਵੇਰਵਾ ਤਿਆਰ ਕੀਤਾ ਜਾਏਗਾ, ਕਿਸ ਤਰੀਕੇ ਸੇਵਾਵਾਂ ਹੋਣਗੀਆਂ? ਦੇਖੋ, ਜ਼ਰੂਰਤਮੰਦ ਲੋਕਾਂ ਵਾਸਤੇ ਤੇ ਜੋ 50 ਰੁਪਏ ਦੀ ਪਰਚੀ ਕੱਟੀ ਜਾਂਦੀ ਉਹਦੇ 'ਚ ਹੀ ਕਰਾਂਗੇ ਜਿਹਨੂੰ ਜ਼ਰੂਰਤ ਆ, ਗਰੀਬ ਬੰਦੇ, ਕਿਉਂਕਿ ਕਈ 6-6 ਮਹੀਨੇ ਦੀ ਵੇਟਿੰਗ 'ਚ ਖੜੇ ਨੇ। ਹੁਣ ਵਿਚਾਰਾ ਜਿਹੜਾ 6 ਮਹੀਨੇ ਦੀ ਵੇਟਿੰਗ 'ਚ ਖੜਾ ਉਹਦਾ ਵਿਚਾਰਾ ਦਾ ਇਲਾਜ ਕੀ ਹੋਣਾ ਹੈ? ਜਿਹੜਾ ਡਾਇਗਨੋਸ ਹੀ ਨਹੀਂ ਹੋ ਰਿਹਾ, ਇਲਾਜ ਵਿਚਾਰਾ ਦਾ ਕਦੋਂ ਹੋਣਾ ਹੈ? ਔਰ ਵੈਸੇ ਵੀ ਇਹ 1200 ਤੋਂ 1500 ਰੁਪਏ ਦੇ ਵਿੱਚ ਮਿਨੀਮਮ ਜਿਹੜਾ ਹੈ, ਕਿਉਂਕਿ ਬਾਹਰ ਤੁਸੀਂ ਜਾਓਗੇ ਉਹੀ ਤੁਹਾਨੂੰ ਸੀਟੀ ਸਕੈਨ 8000 10000 12000 'ਚ ਜਿਹੜੀ ਸੀਟੀ ਸਕੈਨ ਹੁੰਦੀ ਹੈ ਉਹ ਇੱਥੇ 1500 ਰੁਪਏ ਦੇ ਅੰਦਰ 1200 'ਚ ਉਹ ਸੀਟੀ ਸਕੈਨ ਕੀਤੀਆਂ ਜਾਣਗੀਆਂ, MRI ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ ਸੀਟੀ ਸਕੈਨ ਆ। ਸੋ ਸਾਡਾ ਜਿਵੇਂ ਸਭ ਤੋਂ ਦੇਸ਼ ਦੀ ਸਸਤੀਆਂ ਦਵਾਈਆਂ ਦੀਆਂ ਦੁਕਾਨਾਂ ਨੇ, ਸਾਡਾ ਕੰਸੈਪਟ ਇੱਕ ਆ ਕਿ ਅਸੀਂ ਕੋਈ ਪੈਸਾ ਨਹੀਂ ਕਮਾਉਣ ਵਾਸਤੇ ਕੰਮ ਕਰਨਾ ਹੈਗਾ। ਔਰ ਜਿਹੜੀਆਂ ਮਸ਼ੀਨਰੀ ਕਹਿ ਲਓ ਜਾਂ ਜਿਹੜੇ ਡਾਇਗਨੋਸ ਟੂਲਸ ਨੇ, ਇਹ ਸਾਰੀ ਜਿਹੜੀਆਂ ਨੇ ਇਹ ਵੀ ਪਰਿਵਾਰਾਂ ਵੱਲੋਂ ਕੰਟਰੀਬਿਊਟ ਕੀਤਾ ਗਿਆ ਹੈ ਇਸੇ ਭਾਵਨਾ ਦੇ ਨਾਲ ਕਿ ਗੁਰੂ ਘਰ ਦੇ ਅੰਦਰ ਮਹਾਨ ਸੇਵਾ ਹੁੰਦੀ ਹੈ ਔਰ ਉਹਦੇ 'ਚ ਸਾਡਾ ਯਕੀਨ ਆ। ਔਰ ਤੁਸੀਂ ਇਹ ਵੀ ਸੁਣ ਕੇ ਹੈਰਾਨ ਹੋਗੇ ਕਿ ਇਹ ਕੋਈ ਖਾਲੀ ਸਿੱਖਾਂ ਵੱਲੋਂ ਨਹੀਂ, ਜਿਨ੍ਹਾਂ ਦਾ ਗੁਰੂ ਸਾਹਿਬ ਦੇ ਚਰਨਾਂ 'ਚ ਵਿਸ਼ਵਾਸ ਆ, ਗੈਰ ਸਿੱਖ ਵੀ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵਿਸ਼ਵਾਸ ਰੱਖਦੇ, ਭਾਵੇਂ ਉਹਨਾਂ ਨੇ ਦਸਤਾਰ ਨਹੀਂ ਸਜਾਈ, ਐਸੀ ਭਾਵਨਾ ਵਾਲੇ ਲੋਕਾਂ ਨੇ 8-10 ਕਰੋੜ ਰੁਪਏ ਦੇ ਸਾਰੇ ਪ੍ਰੋਜੈਕਟ ਜਿਹੜੇ ਉਹ ਦਿੱਤੇ ਨੇ। ਇਸੇ ਤਰ੍ਹਾਂ ਵਿਸ਼ਵ ਪੱਧਰੀ ਜਿਹੜਾ ਆਪਾਂ ਡਾਇਲਿਸਿਸ ਸੈਂਟਰ ਜਿਹੜਾ ਬਾਲਾ ਸਾਹਿਬ ਹਸਪੀਟਲ ਬੜੇ ਸਾਲਾਂ ਤੋਂ ਬੰਦ ਸੀ, ਉਸ ਨੂੰ ਚਾਲੂ ਕਰਨ ਜਾ ਰਹੇ ਹਾਂ। ਸਿੱਖਾਂ ਦੀ ਜੋ ਧਾਰਨਾ ਹੈ, ਮਾਨਵਤਾ ਦੀ ਸੇਵਾ ਦੀ ਧਾਰਨਾ ਹੈ, ਪਰ ਅੱਜ ਕੱਲ੍ਹ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ, ਜੋ ਵੱਖਵਾਦੀ ਪ੍ਰਚਾਰ ਸਿੱਖਾਂ ਦੇ ਖਿਲਾਫ ਹੋ ਰਿਹਾ, ਇਹ ਚੀਜ਼ਾਂ ਉਹਨਾਂ ਦੀਆਂ ਵੀ ਅੱਖਾਂ ਖੋਲ੍ਹਦੀਆਂ ਨੇ। ਬਿਲਕੁਲ ਖੋਲ੍ਹਦੀਆਂ ਨੇ। ਇਹੀ ਕਾਰਨ ਆ ਕਿ ਇੰਨਾ ਪ੍ਰਚਾਰ ਕਰਨ ਦੇ ਬਾਵਜੂਦ ਵੀ ਉਹ ਸਾਨੂੰ ਬਦਨਾਮ ਨਹੀਂ ਕਰ ਸਕਦੇ, ਕਿਉਂਕਿ ਦੇਸ਼ ਨੇ ਸਾਡੀਆਂ ਮਹਾਨ ਸੇਵਾਵਾਂ ਨੂੰ ਦੇਖਿਆ ਹੈ, ਪਰਖਿਆ ਹੈ ਔਰ ਉਹਨਾਂ ਨੂੰ ਮਹਿਸੂਸ ਕੀਤਾ ਹੈ। ਔਰ ਉਹਨਾਂ ਇਹ ਵੀ ਦੇਖਿਆ ਹੈ ਕਿ ਜਦੋਂ ਲੋਕ ਡਰ ਕੇ ਮੈਦਾਨ ਛੱਡ ਕੇ ਭੱਜ ਗਏ ਸੀ, ਆਪਣੇ ਮਾਂ-ਬਾਪ ਦੇ ਸੰਸਕਾਰਾਂ 'ਚ ਵੀ ਨਹੀਂ ਜਾਂਦੇ ਸੀ, ਉਸ ਵੇਲੇ ਵੀ ਜਿਹੜੇ ਖਾਲਸਾ ਜਿਹੜਾ ਉਹ ਡਟ ਕੇ ਮੈਦਾਨ 'ਚ ਖੜਾ ਰਿਹਾ, ਉਹਨਾਂ ਨੇ ਮਾਨਵਤਾ ਦੀ ਮਹਾਨ ਸੇਵਾ ਕੀਤੀ ਹੈ। ਇਸ ਕਰਕੇ ਦੇਸ਼ ਦੇ ਲੋਕਾਂ ਨੂੰ ਇਸ ਗੱਲ ਨੂੰ ਪੂਰੀ ਚੰਗੀ ਤਰ੍ਹਾਂ ਪਤਾ ਹੈ ਕਿ ਜੋ ਲੋਕ ਇਹ ਗੰਦ ਪਾਉਂਦੇ ਪਏ ਨੇ, IT ਸੈੱਲ ਪਾਉਂਦੇ ਪਏ ਨੇ, ਇਹਨਾਂ ਲੋਕਾਂ ਦਾ ਸੱਚਾਈ ਨਾਲ ਕੋਈ ਸਰੋਕਾਰ ਨਹੀਂ ਹੈ। ਜਿਵੇਂ ਕਿ ਪ੍ਰਧਾਨ ਸਾਹਿਬ ਜੀ ਨੇ ਦੱਸਿਆ ਕਿ ਜਿਵੇਂ ਸਾਡੇ MRI CT ਸਕੈਨ ਡਿਜੀਟਲ ਐਕਸਰੇ ਮਸ਼ੀਨਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ ਔਰ ਡਿਜੀਟਲ ਐਕਸਰੇ ਮਸ਼ੀਨ ਔਰ CT ਸਕੈਨ ਤੇ ਸਾਡੀ ਇੰਸਟਾਲ ਵੀ ਹੋ ਚੁੱਕੀਆਂ ਨੇ। MRI ਦੀ ਇੰਸਟਾਲੇਸ਼ਨ ਸਾਡੀ ਜਾਰੀ ਹੈ। ਉਸੇ ਤਰ੍ਹਾਂ ਜਿੱਥੇ ਹੁਣ ਆਪਾਂ ਖੜੇ ਹਾਂ, ਇਹ ਸਾਡਾ ਡਾਇਲਿਸਿਸ ਸੈਂਟਰ ਵੀ ਬਣ ਕੇ ਤਿਆਰ ਹੈ, ਜੋ ਕਿ ਸੰਗਤ ਵਾਸਤੇ ਬਹੁਤ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਔਰ ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਸਹੂਲਤ ਮਿਲੇਗੀ, ਜਿਵੇਂ ਕਾਰਡੀਓ ਦੇ ਸਾਰੇ ਟੈਸਟ ਮਿਲਣਗੇ, TMT ਵਗੈਰਾ ਹੋਏਗਾ, ਉਸ ਤਰ੍ਹਾਂ LFT ਦੇ ਔਰ KFT ਦੇ, ਉਸ ਤਰ੍ਹਾਂ ਜਿੰਨੇ ਵੀ EEG ਦੇ ਜਿੰਨੇ ਵੀ ਟੈਸਟ ਹੁੰਦੇ ਨੇ ਉਹ ਅਸੀਂ ਘੱਟੋ ਘੱਟ 9 ਤੋਂ 10 ਤਰ੍ਹਾਂ ਦੇ ਟੈਸਟ ਇਹ ਤੇ ਹੋਰ ਜਲਦੀ ਸ਼ੁਰੂ ਕਰਨ ਜਾ ਰਹੇ ਨੇ। ਮਸ਼ੀਨਾਂ ਦੇ ਆਰਡਰ ਹੋ ਚੁੱਕੇ ਨੇ, ਮਸ਼ੀਨਾਂ ਜਲਦ ਸਾਡੇ ਕੋਲ ਪਹੁੰਚਣ ਵਾਲੀਆਂ ਨੇ। ਇੱਕ ਚੀਜ਼ ਹੋਰ ਭੁੱਲਰ ਸਾਹਿਬ, ਜਿਹੜੀ ਕਿ OPD ਦੇ ਵਿੱਚ ਵੀ ਹੁਣ ਜਿਹੜਾ ਹੈ ਵੱਡੀ ਗਿਣਤੀ 'ਚ ਸੰਗਤ ਜਿਹੜਾ ਲਾਭ ਲੈ ਰਹੀ ਹੈ, OPD ਦੇ ਵਿੱਚ ਕੀ ਕੁਝ ਫੈਸਿਲਿਟੀਜ਼ ਨੇ ਔਰ ਕਿੰਨੇ ਕੁ ਪੇਸ਼ੈਂਟ ਰੋਜ਼ ਆ ਰਹੇ ਨੇ? ਹਾਂ, ਇਹ ਬਹੁਤ ਅੱਛਾ ਕੁਐਸਚਨ ਕੀਤਾ। ਬੰਗਲਾ ਸਾਹਿਬ ਹਸਪੀਟਲ ਦੇ ਵਿੱਚ OPD ਸ਼ੁਰੂ ਹੋ ਚੁੱਕੀ ਹੈ। ਮੈਂ ਆਪ ਜੀ ਦੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਸੰਗਤ ਨੂੰ ਕਿ ਤੁਸੀਂ ਇੱਥੇ ਆ ਕੇ ਇਹ OPD ਦਾ ਲਾਹਾ ਲੈ ਸਕਦੇ ਹੋ। ਸਾਡੇ ਕੋਲ ਇੱਥੇ ਉਹ ਡਾਕਟਰਸ ਆਉਂਦੇ ਨੇ ਜਿਨ੍ਹਾਂ ਦੇ ਕੋਲ ਅਗਰ ਨਾਰਮਲੀ ਅਸੀਂ ਲੋਕ ਜਾਈਏ ਤੇ ਉਹਨਾਂ ਦੀ ਕੋਲ ਅਪਾਇੰਟਮੈਂਟ ਲੈਣ 'ਚ ਸਾਨੂੰ ਮਹੀਨਾ ਸਵਾ ਮਹੀਨੇ ਦਾ ਟਾਈਮ ਲੱਗ ਜਾਂਦਾ ਹੈ, ਲੇਕਿਨ ਇੱਥੇ ਡਾਕਟਰ ਆ ਕੇ ਆਪਣੇ ਟਾਈਮ ਦਾ ਦਸਵੰਧ ਕੱਢਦੇ ਨੇ। ਇੱਥੇ ਸਾਡੇ ਕੋਲ ਹਰ ਤਰ੍ਹਾਂ ਦਾ ਸਪੈਸ਼ਲਿਸਟ ਆਉਂਦਾ ਹੈ ਔਰ ਮਤਲਬ ਵੀਕਲੀ 2 ਵਾਰ ਡਾਕਟਰ ਆਉਂਦੇ ਨੇ। ਚਾਹੇ ਆਪਾਂ ਗੱਲ ਕਰੀਏ ਕਾਰਡੀਓਲੋਜਿਸਟ ਦੀ, ਨਿਊਰੋ ਦੇ, ਹਰ ਤਰ੍ਹਾਂ ਦੇ ਡਾਕਟਰ ਸਾਡੇ ਕੋਲ ਇੱਥੇ ਆਉਂਦੇ ਨੇ। ਅੱਖਾਂ ਵਾਲੇ ਵੀ ਡਾਕਟਰ ਸਾਡੇ ਕੋਲ ਆਉਂਦੇ ਨੇ। ਪੇਸ਼ੈਂਟ ਕਿੰਨੀ ਕੁ ਗਿਣਤੀ 'ਚ ਹੁਣ ਤੱਕ ਪਹੁੰਚੇ? ਪੇਸ਼ੈਂਟ ਲਗਭਗ ਸਾਡੇ ਕੋਲ ਜਿਹੜਾ ਹੁਣ ਇਸ ਟਾਈਮ ਚੱਲਦਾ ਪਿਆ, ਇਸ ਟਾਈਮ 200 ਅਪਰੋਕਸ 200 ਪੇਸ਼ੈਂਟ ਦੀ OPD ਡੇਲੀ ਹੋ ਰਹੀ ਹੈ। ਇਸ ਮਹੀਨੇ ਦੇ ਅੰਤ ਤੱਕ ਜਿਹੜਾ ਹੈ तमाम ਜਿਹੜੀ ਮੈਡੀਕਲ ਸੇਵਾਵਾਂ ਨੇ ਉਹ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਕੈਮਰਾ ਪਰਸਨ ਜਗਦੀਸ਼ ਦੇ ਨਾਲ ਜਸਮੀਤ ਸਿੰਘ, PTC ਨਿਊਜ਼, ਦਿੱਲੀ। ਗੁੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਇਹ ਨਹੀਂ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।